ਜੀ ਨਾਜ਼ਰੀਨ, ਅੱਜ ਦੀ ਗੱਲ ਨਾਲ ਮੈਂ ਤੁਹਾਡਾ ਫਿਰਾ ਚੌਧਰੀ ਜਾਵੇਦ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਗੱਲਾਂ ਅਤੇ ਖਬਰਾਂ ਤਾਂ ਅੱਜ ਬੜੀਆਂ ਸਨ। ਬੜਾ ਇਹ ਜਾਣਨੇ ਦਾ ਸ਼ੌਕ ਸੀ ਲੋਕਾਂ ਨੂੰ ਕਿ ਜਿਹੜਾ CCA ਦੀ ਮੀਟਿੰਗ ਹੋਈ ਹੈ, ਉੱਥੇ ਗੰਡਾਪੁਰ ਅਤੇ ਮਰੀਮ ਨਵਾਜ਼ ਦੀ ਜਿਹੜੀ ਅਲੀਹਦਗੀ 'ਚ ਮੁਲਾਕਾਤ ਹੋਈ, ਉਹਦੇ ਵਿੱਚ ਕੀ ਫੈਸਲਾ ਹੋਇਆ। ਫਿਰ ਕਿਵੇਂ ਗੰਡਾ ਸਾਹਿਬ ਜਿਹੜਾ GT ਰੋਡ ਤੋਂ ਬਗੈਰ ਰੁਕੇ ਲਾਹੌਰ ਪਹੁੰਚ ਗਏ, ਉੱਥੇ ਆ ਕੇ ਕੋਈ ਉਹਨਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਿਆ ਔਰ ਉੱਥੇ ਆ ਕੇ 90 ਦਿਨ ਦਾ ਐਲਾਨ ਕਰਕੇ ਉਹ ਚਲੇ ਗਏ। ਹਾਲਾਂਕਿ ਇਮਰਾਨ ਖਾਨ ਨੇ ਆਖਿਆ ਸੀ ਕਿ 5 ਅਗਸਤ ਨੂੰ ਮੇਰੇ 2 ਸਾਲ ਪੂਰੇ ਹੋ ਰਹੇ ਨੇ, ਲਿਹਾਜ਼ਾ 5 ਅਗਸਤ ਨੂੰ ਤਹਿਰੀਕ ਇਨਸਾਫ ਇੱਕ ਬਹੁਤ ਬੜਾ ਇਤਜਾਜ ਕਰੇਗੀ। ਸੋ ਇਸ ਤੋਂ ਇਲਾਵਾ ਵੀ ਬੜੀ ਖਬਰਾਂ ਨੇ ਪਾਕਿਸਤਾਨ ਦੀ ਸਿਆਸੀ ਮਾਹੌਲ ਨੂੰ ਵੇਖਦੇ ਹੋਇਆ। ਲੇਕਿਨ 2 ਖਬਰਾਂ ਇੱਕ ਐਸੀਆਂ ਨੇ ਜਿਹੜੀ ਮੇਰੀ ਨਜ਼ਰ ਤੋਂ ਗੁਜ਼ਰੀਆਂ ਨੇ ਅਤੇ ਉਹਨੇ ਨਾ ਮੈਨੂੰ ਹਿਲਾ ਕੇ ਰੱਖ ਦਿੱਤਾ। ਔਰ ਉਹ ਜਿਹੜੀ ਖਬਰਾਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਦੇ ਵਿੱਚ ਇੱਕ ਖਬਰ ਹਿੰਦ ਦੀ ਹੈ ਅਤੇ ਦੂਸਰੀ ਸਿੰਧ ਦੀ ਹੈ। ਸਭ ਤੋਂ ਪਹਿਲੇ ਮੈਂ ਤੁਹਾਡੇ ਨਾਲ ਜਿਹੜਾ ਹੈ ਹਿੰਦ ਦੀ ਖਬਰ ਸ਼ੇਅਰ ਕਰਾਂਗਾ। ਉੱਥੇ ਇੱਕ 25 ਸਾਲ ਦੀ ਬੇਟੀ ਰਾਧਿਕਾ, ਉਸਦਾ ਨਾਮ ਰਾਧਿਕਾ ਜਿਹੜੀ ਸੀ, ਆਪਣਾ ਟੈਨਿਸ ਦੀ ਇੱਕ ਛੋਟੀ ਮੋਟੀ ਉਹ ਪਲੇਅਰ ਸੀ। ਉਸਨੇ ਟੈਨਿਸ ਜਿਹੜਾ ਸਿੱਖਿਆ ਔਰ ਆਪਣੇ ਹੀ ਕਸਬੇ ਦੇ ਵਿੱਚ ਉਸਨੇ ਟੈਨਿਸ ਦੀ ਇੱਕ ਛੋਟੀ ਜਿਹੀ ਅਕੈਡਮੀ ਵੀ ਬਣਾ ਲਈ ਔਰ ਉਸ ਅਕੈਡਮੀ ਦੇ ਵਿੱਚ ਦੂਸਰੀ ਜਿਹੜੀਆਂ ਸਨ ਬੱਚੀਆਂ, ਉਹਨਾਂ ਨੂੰ ਉਹ ਟੈਨਿਸ ਜਿਹੜੀ ਹੈ ਖੇਲਣਾ ਸਿਖਾਉਂਦੀ ਸੀ। ਇੰਸਟਾਗ੍ਰਾਮ 'ਤੇ ਵੀ ਉਹ ਬੜੀ ਮਕਬੂਲ ਹੋ ਗਈ ਔਰ ਇਸ ਦੇ ਨਾਲ ਨਾਲ ਉਸ ਨੂੰ ਕੁਝ ਆਮਦਨ ਵੀ ਹੋਣਾ ਸ਼ੁਰੂ ਹੋ ਗਈ। ਜਿਸ ਵਕਤ ਉਹਨੂੰ ਆਮਦਨ ਹੋਣਾ ਸ਼ੁਰੂ ਹੋ ਗਈ ਅਤੇ ਉਸ ਦਾ ਜਿਹੜਾ ਬਾਪ ਹੈ ਦੀਪਕ ਨੂੰ ਉਹਦੇ ਪਿੰਡ ਦੇ ਜਿਹੜੇ ਲੋਕ ਨੇ, ਉਹਦੇ ਕਸਬੇ ਦੇ ਜਿਹੜੇ ਲੋਕ ਨੇ, ਉਹਨਾਂ ਨੇ ਉਹਨੂੰ ਤਾਨੇ ਦੇਣਾ ਸ਼ੁਰੂ ਕਰ ਦਿੱਤੇ ਕਿ ਤੂੰ ਕੈਸਾ ਬੰਦਾ ਹੈ ਕਿ ਤੇਰੀ ਬੇਟੀ ਕਮਾ ਰਹੀ ਹੈ ਅਤੇ ਤੂੰ ਉਹ ਖਾ ਰਿਹਾ। ਦੀਪਕ ਇੱਕ ਦਿਨ ਆਪਣੇ ਘਰ 'ਚ ਆਇਆ ਅਤੇ ਉਹ ਬੇਟੀ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ, ਬਰਤਨ ਧੋ ਰਹੀ ਸੀ। ਉਸੇ ਬਾਪ ਦਾ ਖਾਣਾ ਬਣਾ ਕੇ ਤਿਆਰ ਕਰਕੇ ਉਹਨੇ ਰੱਖਿਆ ਹੋਇਆ ਸੀ। ਲੇਕਿਨ ਬਾਪ ਆਇਆ, ਰਿਵਾਲਵਰ ਕੱਢਿਆ ਔਰ ਉਸਨੇ 5 ਗੋਲੀਆਂ ਆਪਣੀ ਬੇਟੀ ਨੂੰ ਮਾਰ ਦਿੱਤੀਆਂ। ਔਰ ਉਹ ਜਿਸ ਵਕਤ ਬੇਟੀ ਨੂੰ ਗੋਲੀਆਂ ਲੱਗੀਆਂ ਤਾਂ ਉਸਨੇ ਜਿਹੜਾ ਮੁੜ ਕੇ ਬਾਪ ਦੀ ਤਰਫ ਦੇਖਿਆ, ਉਹ ਨਜ਼ਰਾਂ ਦਾ ਸਾਹਮਣਾ ਤਾਂ ਮੇਰਾ ਖਿਆਲ ਵਿੱਚ ਕੋਈ ਦੁਨੀਆ ਦਾ ਦੂਸਰਾ ਬਾਪ ਵੀ ਨਹੀਂ ਕਰ ਸਕਦਾ। ਕਿਉਂਕਿ ਫਿਰ ਇਹ ਫਿਕਰਾ ਜਿਹੜਾ ਕਿ ਜੂਲੀਅਸ ਸੀਜ਼ਰ ਨੇ ਬੋਲਿਆ ਸੀ, ਇੱਕ ਬਾਦਸ਼ਾਹ ਨੇ ਬਰੂਟਸ ਨੂੰ, ਜਿਹੜਾ ਉਹਨੇ ਆਪਣਾ ਬੇਟਾ ਬਣਾਇਆ ਸੀ, ਜਿਸ ਨੇ ਉਹਨੂੰ ਖੰਜਰ ਮਾਰਿਆ ਸੀ, ਔਰ ਜਿਸ ਟਾਈਮ ਖੰਜਰ ਉਹਨੂੰ ਲੱਗਾ ਸੀ ਜੂਲੀਅਸ ਸੀਜ਼ਰ ਨੂੰ, ਅਤੇ ਉਸ ਬੜਾ ਹੈਰਾਨ ਹੋ ਕੇ ਉਹਦੀ ਤਰਫ ਦੇਖਿਆ ਬਰੂਟਸ, ਜਿਸ ਨੂੰ ਆਪਣਾ ਬੇਟਾ ਸਮਝਦਾ ਸੀ, ਅਤੇ ਸਿਰਫ ਇਤਨਾ ਆਖਿਆ ਕਿ ਯੂ ਟੂ ਬਰੂਟਸ, ਕਿ ਬਰੂਟਸ ਤੂੰ ਵੀ ਇਹ ਇਹਨਾਂ ਦੇ ਨਾਲ ਹੀ ਸ਼ਾਮਿਲ ਸੀ। ਅਤੇ ਉਹ ਤਾਂ ਵਿਚਾਰੀ ਉਹ ਰਾਧਿਕਾ ਇਹ ਵੀ ਨਾ ਕਹਿ ਸਕੀ ਔਰ ਉੱਥੇ ਹੀ ਉਹ ਫੌਤ ਹੋ ਗਈ। ਬਾਪ ਗ੍ਰਿਫਤਾਰ ਹੋ ਗਿਆ, ਉਹਨੇ ਆਪਣਾ ਇਤਰਾਫ ਜੁਰਮ ਕਰ ਲਿਆ ਔਰ ਉਹਦੀ ਪੱਗ ਅਤੇ ਸ਼ਿਮਲਾ ਉਸਦਾ ਜਿਹੜਾ ਵੀ ਹੈ ਸੀ ਸੋ ਕਾਲਡ, ਉਹ ਉੱਚਾ ਹੋ ਗਿਆ, ਉਹ ਜੇਲ੍ਹ ਚਲਾ ਗਿਆ। ਇਹ ਹਿੰਦ ਦਾ ਵਾਕਿਆ ਹੈ। ਦੂਸਰੀ ਜਿਹੜੀ ਬੇਟੀ ਹੈ ਉਹ ਹਿੰਦ ਦੀ ਬਜਾਏ ਸਿੰਧ ਦੀ ਹੈ। ਸਿੰਧ ਪਾਕਿਸਤਾਨ ਦਾ ਇੱਕ ਸੂਬਾ ਹੈ। ਉੱਥੇ ਹੁਮੈਰਾ ਅਸਗਰ ਨਾਮ ਦੀ ਇੱਕ ਲੜਕੀ, ਜਿਹੜੀ ਕਿ ਲਾਹੌਰ ਦੇ ਗਿਰਦੋ ਨਵਾ ਜਾਂ ਲਾਹੌਰ ਦੀ ਰਿਹਾਇਸ਼ੀ ਸੀ, ਉਹ ਉਸ ਨੂੰ ਬੜਾ ਸ਼ੌਂਕ ਸੀ ਅਦਾਕਾਰੀ ਦਾ, ਅਤੇ ਵਾਲਦੈਨ ਚੂੰਕਿ ਦੀਪਕ ਦੀ ਤਰ੍ਹਾਂ ਸੋਚਦੇ ਸਨ ਕਿ ਲੋਕ ਕੀ ਆਖਣਗੇ, ਅਸੀਂ ਡਰਾਮੇ ਦੇਖ ਲੈਂਦੇ ਹਾਂ, ਅਸੀਂ ਫਿਲਮਾਂ ਦੇਖ ਲੈਂਦੇ ਹਾਂ, ਰੋਜ਼ ਘਰ ਦੇ ਵਿੱਚ 8 ਵਜੇ ਤੋਂ 9 ਵਜੇ ਜਾਂ 10 ਵਜੇ ਤੋਂ 11 ਵਜੇ ਡਰਾਮੇ ਚੱਲ ਰਹੇ ਹੁੰਦੇ ਨੇ, ਪੂਰੀ ਫੈਮਿਲੀ ਬੈਠ ਕੇ ਦੇਖ ਰਹੀ ਹੁੰਦੀ ਹੈ, ਉਹਨਾਂ ਅਦਾਕਾਰਾਂ ਨੂੰ, ਉਹਨਾਂ ਅਦਾਕਾਰਾਵਾਂ ਨੂੰ ਦਾਦ ਦੇ ਰਹੇ ਹੁੰਦੇ ਨੇ। ਲੇਕਿਨ ਜਿਸ ਵਕਤ ਆਪਣੀ ਕੋਈ ਬੇਟੀ ਬਹਿਨ ਇਸ ਸ਼ੋਬੇ 'ਚ ਆਵੇ ਤਾਂ ਸਾਡੀ ਉਸ ਵਕਤ ਫੌਰੀ ਤੌਰ 'ਤੇ ਸੋ ਕਾਲਡ ਗੈਰਤ ਜਾਗ ਜਾਂਦੀ ਹੈ। ਉਹ ਜਿਹੜੀ ਹੁਮੈਰਾ ਅਸਗਰ ਹੈ ਸੀ, ਉਸ 'ਤੇ ਉਸ ਦੇ ਵਾਲਦੈਨ ਨੇ ਕਤਾ ਤਾਲੁਕ ਕਰ ਲਿਆ ਸੀ। ਵਜ੍ਹਾ ਹੀ ਸੀ ਕਿ ਇਹ ਸ਼ੋਬੇ 'ਚ ਜਾ ਰਹੀ ਹੈ, ਇਹ ਮਾਡਲਿੰਗ ਦੀ, ਅਦਾਕਾਰੀ ਦੀ ਦੁਨੀਆ ਦੇ ਵਿੱਚ ਜਾ ਰਹੀ ਹੈ, ਅਤੇ ਬੰਦੇ ਕੀ ਅਕਸਨ, ਲਿਹਾਜ਼ਾ ਕਤਾ ਤਾਲੁਕ ਹੋ ਗਿਆ। ਮਰ ਤਾਂ ਹੁਮੈਰਾ ਅਸਗਰ ਉਸੇ ਦਿਨ ਹੀ ਗਈ ਸੀ ਨਾ, ਜਿਸ ਦਿਨ ਉਸਦੀ ਮਾਂ ਨੇ ਔਰ ਉਸਦੇ ਬਾਪ ਨੇ ਆਪਣੀ ਬੇਟੀ ਤੋਂ ਹਰ ਕਿਸਮ ਦੇ ਜਿਹੜੇ ਤਾਲੁਕਾਤ ਸਨ ਉਹ ਖਤਮ ਕਰ ਲਏ ਸਨ। ਕੋਈ ਰਾਬਤਾ ਨਹੀਂ ਸੀ। 9 ਮਹੀਨੇ ਉਸ ਬੀਬੀ ਦੀ, ਉਸ ਬੱਚੀ ਦੀ, ਉਸ ਕਿਸੇ ਦੀ ਬੇਟੀ ਦੀ ਜਿਹੜੀ ਲਾਸ਼ ਹੈ ਸੀ, ਉਹ DHA ਜਿਹੜਾ ਸੀ ਕਰਾਚੀ ਦੇ ਇੱਕ ਫਲੈਟ ਦੇ ਵਿੱਚ ਗਲਦੀ ਸੜਦੀ ਰਹੀ। ਨਾ ਗਵਾਡੀਆਂ ਨੂੰ ਪਤਾ ਸੀ। ਮਾਲਿਕ ਮਕਾਨ ਜਿਹੜਾ ਸੀ ਉਹ ਕਿਰਾਏ ਵਾਸਤੇ ਆਂਦਾ ਸੀ, ਮਾਲਿਕ ਜਿਹੜਾ ਫਲੈਟ ਸੀ ਉਹ ਕਿਰਾਏ ਵਾਸਤੇ ਆਂਦਾ ਸੀ, ਅੱਗੇ ਤਾਲਾ ਲੱਗਾ ਹੁੰਦਾ ਸੀ, ਖੜਕਾ ਕੇ ਜਾਂਦਾ ਸੀ। ਉਹਨੇ ਅਦਾਲਤ ਨਾਲ ਰਜੂਅ ਕੀਤਾ, ਅਦਾਲਤ ਨੇ ਇੱਕ ਬੈਲਫ ਮੁਕਰਰ ਕੀਤਾ, ਉਹਨੇ ਜਾ ਕੇ ਤਾਲਾ ਤੋੜਿਆ। ਤਾਲਾ ਤੋੜ ਕੇ ਜੇ ਵੇਖਿਆ ਤੇ ਉਹਦੀ ਜਿਹੜੀ ਬੱਚੀ ਦੀ ਲਾਸ਼ ਹੈ ਸੀ ਉਹ ਡੀਕੰਪੋਜ਼ ਦੀ, यानी कि वह ख़त्म होने के आखिरी मराहल पई सी। पहले पुलिस ने आख्या जी 1 महीना पुरानी है, लेकिन जिस वक्त पोस्टमार्टम होया तो पता चलिया कि इसनूं मरे होया 9-10 महीने हो गए ने और ये अपनी हुण ख़त्म होने के आखिरी सतह ते, क्योंकि उसदी सिर्फ हड्डियां रह गई सन, बाकी चीज़ां तो सारियां फितरत के अमल के नाल डीकंपोज हो गई सन। हुण ये 2 जिहड़ी मैं खबरां सुनियां,
एक राधिका और दूसरा हुमैरा असगर। एक हिंदी है, दूवी सिंधी है, लेकिन हिंद और सिंध वाक़यात दो ने, मज़ाहिब दो ने, उस तो बावजूद जिहड़ी वजह है दोवां दी मरण दी वो इक्को है। हिंद वाला भी यही सोच रहा बाप, तो सिंध वाला भी जिहड़ा वाक़या उहदा बाप भी जिहड़ा लाहौर बैठा है, उहदी जिहड़ी माँ लाहौर बैठी है, वो भी यही सोच रही है। हुण मैनूं इस गल दी समझ नहीं आ रही, इस गल दी कि अगर बेटी जिहड़ी है, क्या बेटी नूं धियां नूं इस्लाम दे विच ਇਹ ਹੁਕਮ ਦਿੱਤਾ ਗਿਆ ਕਿ ਤੁਸੀਂ ਉਹਨਾਂ ਨੂੰ ਲੌਂਡੀਆਂ ਜਾਂ ਕਨੀਜ਼ਾਂ ਬਣਾ ਕੇ ਰੱਖੋ ਜਾਂ ਉਹਦੀ ਸ਼ਾਦੀ ਕਰੋ ਅੱਗੇ ਅਤੇ ਉਸ ਨੂੰ ਅੱਗੇ ਜਿਹੜੀ ਆ ਲੌਂਡੀ ਦੇ ਸਟੇਟਸ ਦੇ ਦਿਓ ਕਿ ਜਿਹੜਾ ਸ਼ੋਹਰ ਹੈ ਉਸ ਨੂੰ ਪਾਉਂ ਦੀ ਜੁੱਤੀ ਸਮਝੇ, ਉਹਦੀ ਆਪਣੀ ਮਰਜ਼ੀ ਕੋਈ ਨਾ ਹੋਵੇ, ਉਹਦੀ ਆਪਣੀ ਖਾਹਿਸ਼ ਕੋਈ ਨਾ ਹੋਵੇ, ਜ਼ਿੰਦਗੀ ਵਿੱਚ ਅੱਗੇ ਵਧਣ ਦੇ ਵਿੱਚ ਉਹਦੇ ਕੋਲ ਕੋਈ ਫੈਸਲਾ ਕਰਨ ਦੀ ਕੁਵਤ ਨਾ ਹੋਵੇ, ਉਹ ਖੁਦ ਮੁਖਤਾਰ ਨਾ ਹੋਵੇ, ਉਹਦਾ ਸਿਰਫ ਕੰਮ ਇਤਨਾ ਹੋਵੇ ਕਿ ਉਹ ਆਪਣੇ ਖਾਵੰਦ ਦੀ ਖਿਦਮਤ ਕਰੇ ਔਰ ਆਪਣੇ ਬੱਚਿਆਂ ਦੀ, ਔਰ ਘਰ ਦੇ ਵਿੱਚ ਜਿਹੜਾ ਇੱਕ ਪਿੰਜਰੇ ਦੇ ਵਿੱਚ ਆਲਣਾ ਬਣਾ ਕੇ ਉਹਦੇ ਵਿੱਚ ਉਹ ਬੈਠੀ ਰਹੇ, ਤੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਔਰਤ ਠੀਕ ਹੈ। ਲੇਕਿਨ ਅਗਰ ਔਰਤ ਜਿਹੜੀ ਹੈ ਆਪਣੀ ਮਰਜ਼ੀ ਕਰਨ ਲੱਗ ਜਾਵੇ, ਛੋਟੀ ਜੀ ਮਹਿਦੂਦ ਜੀ ਆਜ਼ਾਦੀ ਮੰਗਣ ਲੱਗ ਜਾਵੇ, ਆਪਣੇ ਦਾਇਰੇ ਦੇ ਅੰਦਰ ਰਹਿ ਕੇ ਮੰਗਣ ਲੱਗ ਜਾਵੇ, ਤਾਂ ਸਾਨੂੰ ਉਹ ਗੱਲ ਬਹੁਤ ਬੁਰੀ ਲੱਗਦੀ ਹੈ। ਇਸ ਸਿਲਸਿਲੇ ਦੇ ਵਿੱਚ ਹੁਮੈਰਾ ਅਸਗਰ ਦਾ ਤਾਂ ਜਿਹੜਾ ਹੈ ਨਾ ਜੀ, ਮੇਰੇ ਖਿਆਲ ਦੇ ਵਿੱਚ ਉਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਨੇ ਕਿ ਹੁਮੈਰਾ ਅਸਗਰ ਜਿਸ ਸ਼ੋਹਰਤ ਨੂੰ ਹਾਸਿਲ ਕਰਨ ਵਾਸਤੇ ਕਰਾਚੀ ਗਈ, ਜਿਸ ਸ਼ੋਹਰਤ ਦੇ ਹਾਸਿਲ ਕਰਨ ਵਾਸਤੇ ਉਹਨੇ ਮਾਂ ਅਤੇ ਪਿਓ ਦਾ ਜਿਹੜਾ ਕਤਾ ਤਾਲੁਕੀ ਵੀ ਬਰਦਾਸ਼ਤ ਕਰ ਲਈ। ਹਾਲਾਂਕਿ ਮਦਰ ਡੇ 'ਤੇ ਉਹਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦਾ ਫੋਟੋ ਆਪਣੇ ਨਾਲ ਸ਼ੇਅਰ ਕਰਕੇ ਬਚਪਨ ਦੀ ਯਾਦਾਂ ਵੀ ਤਾਜ਼ਾ ਕੀਤੀਆਂ। ਮਤਲਬ ਉਹ ਕਿਹੜੀ ਬੱਚੀ ਐਸੀ ਹੋ ਸਕਦੀ ਹੈ ਜਿਹੜੀ ਆਪਣੀ ਮਾਂ ਨੂੰ ਭੁੱਲ ਜਾਵੇ, ਜਾਂ ਮਾਂ ਐਸੀ ਕਿਹੜੀ ਹੈ ਜਿਹੜੀ ਆਪਣੀ ਬੱਚੀ ਨੂੰ ਫਰਾਮੋਸ਼ ਕਰ ਦੇਵੇ, ਚਾਹੇ ਉਹਦੇ ਕੋਲ ਜਿਹੜੀ ਵੀ ਗਲਤੀ ਹੋ ਜਾਵੇ। ਅਤੇ ਮਰ ਤਾਂ ਉਹ ਉਸੇ ਦਿਨ ਗਈ ਸੀ ਜਿਸ ਦਿਨ ਜਿਹੜਾ ਹੈ ਉਸ ਦਾ ਕਤਾ ਤਾਲੁਕ ਉਹਦੀ ਮਾਂ ਨੇ ਅਤੇ ਉਹਦੇ ਪਿਓ ਨਾਲ ਕਰ ਲਿਆ ਸੀ। ਲੇਕਿਨ ਜਿਹੜੀ ਸ਼ੋਹਰਤ ਵਾਸਤੇ ਉਹ ਕਰਾਚੀ ਗਈ, ਜਿਸ ਸ਼ੋਹਰਤ ਦੇ ਪਿੱਛੇ ਉਹ ਦੌੜ ਕੇ ਗਈ, ਉਹ ਸ਼ੋਹਰਤ ਉਹਨੂੰ ਜ਼ਿੰਦਗੀ 'ਚ ਨਾ ਮਿਲੀ। ਉਹ ਜਿਤਨਾ ਵੀ ਤਗੋ ਦੋ ਕਰ ਲਈ, ਉਹਨੂੰ ਉਸ ਦੀ ਕੀਮਤ ਮਰ ਕੇ ਅਦਾ ਕਰਨੀ ਪਈ ਕਿ ਮਰਨ ਤੋਂ ਬਾਅਦ ਉਹ ਫਿਰ ਇਤਨੀ ਮਸ਼ਹੂਰ ਹੋਈ ਕਿ ਬੈਨ ਅਲ-ਅਕਵਾਮੀ ਮੀਡੀਆ, ਪਾਕਿਸਤਾਨੀ ਮੀਡੀਆ, DIG ਲੈਵਲ ਦੇ ਅਫਸਰਾਨ ਉਸ ਦੇ ਵਿੱਚ ਤਫਤੀਸ਼ ਵਿੱਚ SSP ਸਾਹਿਬਾਨ ਆ ਗਏ ਔਰ ਹਰ ਤਰਫ ਹੁਮੈਰਾ ਅਸਗਰ ਹੋ ਗਈ। ਅੱਛਾ ਹੋਇਆ ਹੁਮੈਰਾ ਅਸਗਰ ਮਰ ਗਈ, ਕਿਉਂਕਿ ਅਗਰ ਉਹ ਜਿੰਦੀ ਵੀ ਹੁੰਦੀ ਤਾਂ ਜਿਉਂ ਹੀ ਉਹਨੂੰ ਕਾਲ ਗਈ ਸੀ ਉਹਦੇ ਮਾਂ ਪਿਓ ਨੂੰ ਕਿ ਤੁਹਾਡੀ ਬੇਟੀ ਜਿਹੜੀ ਹੈ ਉਹ ਫੌਤ ਹੋ ਗਈ ਹੈ, ਮਰ ਗਈ ਹੈ, ਉਹਦੀ ਲਾਸ਼ ਜਿਹੜੀ ਹੈ ਉਹ ਲੈ ਲਓ, ਅਤੇ ਮਾਂ ਬਾਪ ਨੇ ਕਿਹਾ ਸਾਨੂੰ ਉਹਦੀ ਲਾਸ਼ ਨਹੀਂ ਚਾਹੀਦੀ। ਅਤੇ ਮੇਰੇ ਖਿਆਲ ਵਿੱਚ ਅਗਰ ਉਹ ਜਿੰਦੀ ਵੀ ਹੁੰਦੀ ਅਤੇ ਇੱਕ ਦਫਾ ਜੀ ਵੀ ਜਾਂਦੀ ਅਤੇ ਇਹ ਜੁਮਲਾ ਸੁਣ ਕੇ ਇੱਕ ਦਫਾ ਉਸ ਫਿਰ ਮਰ ਜਾਣਾ ਸੀ। ਖੈਰ ਉਹ ਲਾਸ਼ ਵਸੂਲ ਨਾ ਹੋਈ, ਮੀਡੀਆ 'ਤੇ ਸ਼ੋਰ ਗੁਲਗੁਲਾ ਆਇਆ। ਤਾਂ ਉਹਦਾ ਇੱਕ ਭਾਈ ਹੈ ਡਾਕਟਰ ਨਵੀਦ ਅਸਗਰ, ਉਹ ਜਨਾਬ ਭਾਗਮ ਭਾਗ ਕਰਾਚੀ ਪਹੁੰਚਿਆ ਅਤੇ ਉਸਨੇ ਕੋਈ ਮੀਡੀਆ ਨੂੰ ਮੁਖਾਤਿਬ ਹੋ ਕੇ ਆਖਿਆ ਕਿ ਸਾਰਾ ਵਵੇਲਾ ਤੁਸਾਂ ਮਚਾਇਆ ਹੋਇਆ 100 ਲੇਕਿਨ ਚਲੋ ਇਤਨਾ ਹੋਇਆ ਕਿ ਕੋਈ ਡੈਮੇਜ ਉਸਨੇ ਕੰਟਰੋਲ ਕੀਤਾ, ਆਪਣੀ ਬਹਿਨ ਦੀ ਲਾਸ਼ ਵਸੂਲ ਕੀਤੀ ਅਤੇ ਜਿਸ ਤਰ੍ਹਾਂ ਵੀ ਹੈ ਅਸੀਂ ਜਨਾਜ਼ਾ ਅਦਾ ਕਰਕੇ ਅਤੇ ਉਸ ਨੂੰ ਦਫਨਾ ਦਿੱਤਾ। ਇਹ ਤਾਂ ਦੋ ਬੇਟੀਆਂ ਦੀ, ਦੋ ਧੀਆਂ ਦੀ ਕਹਾਣੀਆਂ ਸਨ। ਲੇਕਿਨ ਇਹ ਕਹਾਣੀਆਂ ਸਾਡੇ ਮੁਆਸ਼ਰੇ ਦੇ ਵਿੱਚ ਇਰਦ ਗਿਰਦ ਸਾਡੇ ਬਿਖਰੀ ਹੋਈਆਂ ਨੇ ਔਰ ਅਸੀਂ ਸਿਆਸੀ ਮਾਮਲਾਤ ਵਿੱਚ ਬਹੁਤ ਜ਼ਿਆਦਾ ਮੁਦਾਖਲਤ ਕਰਦੇ ਹਾਂ। ਸਾਨੂੰ ਇਮਰਾਨ ਖਾਨ ਦੀ ਬੜੀ ਫਿਕਰ ਹੈ, ਸਾਨੂੰ ਨਵਾਜ਼ ਸ਼ਰੀਫ ਦੀ ਬੜੀ ਫਿਕਰ ਹੈ, ਸਾਨੂੰ ਬਿਲਾਵਲ ਭੁੱਟੋ ਦੀ ਬੜੀ ਫਿਕਰ ਹੈ, ਸਾਨੂੰ ਆਪਣੇ ਸੋਸ਼ਲ ਮੀਡੀਆ ਦੀ ਬੜੀ ਫਿਕਰ ਹੈ, ਸਾਨੂੰ ਆਪਣੇ ਫਾਲੋਅਰਸ ਦੀ ਬੜੀ ਚੀਜ਼ਾਂ ਅਸੀਂ ਗੌਰ ਕਰ ਰਹੇ ਹੁੰਦੇ ਹਾਂ ਕਿ ਸਾਡੇ ਲਾਈਕਸ ਕਿਤਨੇ ਨੇ, ਸਾਡੇ ਵਿਊਜ਼ ਕਿਤਨੇ ਨੇ, ਅਸੀਂ ਕਿਤਨੇ ਵਾਇਰਲ ਹੋ ਰਹੇ ਹਾਂ। ਲੇਕਿਨ ਸਾਡੇ ਇਰਦ ਗਿਰਦ ਕੀ ਹੋ ਰਿਹਾ ਉਸ ਤੋਂ ਅਸੀਂ ਬਿਲਕੁਲ ਬੇਖਬਰ ਹਾਂ। ਮੈਂ ਦੋ ਚੀਜ਼ਾਂ ਇਸ ਦੇ ਵਿੱਚ ਅਰਜ਼ ਕਰਨਾ ਚਾਹਾਂਗਾ। ਇੱਕ ਬੇਟੀ ਦੇ ਬਾਪ ਹੋਣ ਦੇ ਨਾਤੇ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਉਹ ਹਸਾਸ ਲੋਕ ਜਿਨ੍ਹਾਂ ਦੀ ਬੇਟੀਆਂ ਨੇ ਉਹ ਜ਼ਰੂਰ ਇਸ ਨੂੰ ਸੁਣਨ। ਪਹਿਲੀ ਗੱਲ ਤਾਂ ਇਹ ਹੈ ਕਿ ਬੇਟੀਆਂ ਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਟੇਟਸ ਦੱਸਣਾ ਚਾਹੁੰਦਾ। ਧੀਆਂ ਸ਼ੈ ਕੇ ਹੁੰਦੀਆਂ ਨੇ, ਇਹ ਜ਼ਰਾ ਗੱਲ ਸਮਝ ਲਵਿਆ ਕਿ ਧੀ ਸ਼ੈ ਕੇ ਹੁੰਦੀ ਹੈ। ਇਹਦੇ ਵਿੱਚ ਮੈਂ ਤਿੰਨ ਗੱਲਾਂ ਸਿਰਫ ਤੁਹਾਡੇ ਨਾਲ ਕਰਾਂਗਾ। ਪਹਿਲੀ ਗੱਲ, ਕਿਸੇ ਜੇਲ੍ਹ ਚਲੇ ਜਾਓ, ਪੰਜਾਬ ਦੀਆਂ 35-40 ਚਲੇ ਜਾਓ, ਪਾਕਿਸਤਾਨ ਦੀ 90-100 ਜੇਲ੍ਹਾਂ ਚਲੇ ਜਾਓ, ਉੱਥੇ 1.5 ਲੱਖ ਬੰਦਾ ਜਿਹੜਾ ਹੈ ਉਹ ਪ੍ਰਿਜ਼ਨਰ ਹੈ, ਕੈਦੀ ਵੀ ਹੈ ਅਤੇ ਹਵਾਲਾਤੀ ਵੀ ਹੈ। ਤੁਸੀਂ ਇਹ ਗੌਰ ਕਰੋ ਕਿ 5 ਸਾਲ ਤੋਂ ਕਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ, ਸਜ਼ਾ ਯਾਫਤਾ ਹੈ, ਔਰ ਫਿਰ ਉਹਦੇ ਮੁਲਾਕਾਤੀ ਚੈੱਕ ਕਰੋ ਅਤੇ ਉਹਦੀ ਮੁਲਾਕਾਤ 'ਤੇ ਜਿਹੜਾ ਹੈ ਤੁਸੀਂ ਅਕਸਰ ਵੇਖੋਗੇ ਕਿ ਧੀਆਂ ਆਉਂਦੀਆਂ ਨੇ ਮੁਲਾਕਾਤ 'ਤੇ, ਚਾਹੇ ਉਹ ਸ਼ਾਦੀशुदा ਹੋਣ, 4 ਬੱਚਿਆਂ ਦੀ ਮਾਵਾਂ ਬਣ ਜਾਣ, ਲੇਕਿਨ ਉਹ ਆਪਣੇ ਪਿਓ ਨੂੰ ਨਹੀਂ ਛੱਡਦੀਆਂ। ਇਹ ਮੈਂ ਧੀਆਂ ਦਾ ਜ਼ਾਤੀ ਐਕਸਪੈਰੀਮੈਂਟ ਕੀਤਾ ਹੈ। ਦੂਸਰੀ ਗੱਲ ਨੋਟ ਕਰੋ ਇਸ ਚੀਜ਼ ਨੂੰ ਕਿ ਧੀ ਦਾ ਜਿਹੜਾ ਸਟੇਟਸ ਹੈ ਇਸਲਾਮ ਦੇ ਵਿੱਚ ਉਹ ਕਿਤਨਾ ਬੜਾ ਹੈ ਕਿ ਰਸੂਲ ਕਾਇਨਾਤ, ਦੋ ਜਹਾਨਾਂ ਦੇ ਸਰਦਾਰ ਕਦੀ ਕਿਸੇ ਵਾਸਤੇ ਖੜੇ ਨਹੀਂ ਹੋਏ, ਲੇਕਿਨ ਹਜ਼ਰਤ ਫਾਤਮਾ ਜਿਹੜੀ ਜन्नत ਦੀ ਖਵਾਤੀਨ ਦੀ ਸਰਦਾਰ ਨੇ,
ਉਹ ਜਿਸ ਵਕਤ ਨਬੀ ਪਾਕ ਦੀ ਮਹਿਫਿਲ ਦੇ ਵਿੱਚ ਆ ਜਾਂਦੀਆਂ ਸਨ ਤੇ ਸਾਡੇ ਰਸੂਲ ਏ ਕਾਇਨਾਤ, ਸਾਡੇ ਪੈਗੰਬਰ, ਉਹ ਖੜੇ ਹੋ ਜਾਂਦੇ ਸਨ ਤੇ ਜਿਸ ਟਾਈਮ ਕਿਸੇ ਸਫ਼ਰ ਤੇ ਜਾਂਦੇ ਸਨ ਤੇ ਕੋਸ਼ਿਸ਼ ਕਰਦੇ ਸਨ ਕਿ ਉਸ ਗਲੀ ਤੋਂ ਮੇਰਾ ਗੁਜ਼ਰ ਹੋਏ ਜਿੱਥੇ ਹਜ਼ਰਤ ਅਲੀ ਕਰਮ ਅੱਲਾ ਵਜਹੋ ਦਾ ਘਰ ਹੈ, ਤਾਂ ਕਿ ਮੈਂ ਇੱਕ ਨਜ਼ਰ ਆਪਣੀ ਬੇਟੀ ਨੂੰ ਫਾਤਮਾ ਨੂੰ ਦੇਖ ਲਵਾਂ। ਔਰ ਜਿਸ ਟਾਈਮ ਵਾਪਸ ਆਉਂਦੇ ਸਨ ਆਪਣੀ ਫਤੂਹਾਤ ਤੋਂ, ਆਪਣੀ ਮੁਹਿੰਮਾਤ ਤੋਂ, ਤੇ ਫਿਰ ਵੀ ਆਪਣੀ ਬੇਟੀ ਦੇ ਘਰ ਦੇ ਚੱਕਰ ਲਗਾਉਂਦੇ ਸਨ। ਔਰ ਉਹਨਾਂ ਦਾ ਦਰਜਾ ਫਿਰ ਇਹ ਮਿਲਿਆ ਕਿ ਅਗਰ ਬੜੇ ਤੋਂ ਬੜਾ ਜਿਹੜਾ ਹੈ, ਬੜੇ ਤੋਂ ਬੜਾ ਗੁਨਹਗਾਰ, ਬੜੇ ਤੋਂ ਬੜਾ ਫਾਜਰ ਅਗਰ 2 ਨਫਲ ਹਜ਼ਰਤ ਫਾਤਮਾ ਦੇ ਨਾਂ 'ਤੇ ਪੜ੍ਹ ਲਵੇ ਤੇ ਉਸ 'ਤੇ ਵੀ ਜੰਨਤ ਜਿਹੜੀ ਹੈ ਉਹ ਉਸ ਦਾ ਇਸਤਕਾਕ ਮਿਲ ਜਾਂਦਾ ਹੈ, ਉਹ ਉਸ ਦੀ ਮੁਨਾਸਬਤ ਦੇ ਨਾਲ ਉਹਨੂੰ ਰਿਲੀਫ ਮਿਲ ਜਾਂਦਾ ਹੈ। ਅੱਛਾ, ਇਹ ਤਾਂ ਗੱਲ ਹੋ ਗਈ ਨਾ ਇਸਲਾਮ ਦੇ ਵਿੱਚ ਕਿ ਔਰਤ ਦਾ ਕਿਤਨਾ ਵੱਡਾ, ਖਸੂਸਨ ਧੀ ਦਾ। ਲੇਕਿਨ ਸਾਡੇ ਕੁਝ ਲੋਕ ਨੇ ਜਿਹੜੇ ਕਿ ਆਪਣੀ ਜਿਹੜੀ ਔਰਤਾਂ ਨੂੰ ਪਾਉਂ ਦੀ ਉਹ ਜੁੱਤੀ ਸਮਝਦੇ ਨੇ। ਉਹ ਸਮਝਦੇ ਨੇ ਕਿ ਸਾਡੇ ਮੌਲਾਨਾ ਸਾਹਿਬ ਨੇ ਹੁਮੈਰਾ ਅਸਗਰ ਦੀ ਜਿਹੜੀ ਹੈ ਫੌਤ ਹੋਣ ਤੋਂ ਬਾਅਦ ਜਿਸ ਟਾਈਮ ਇਹ ਸ਼ੋਰੋ ਗੋਲ ਹੋਇਆ ਤਾਂ ਉਹਨਾਂ ਨੇ ਆਪਣਾ ਇੱਕ ਸਟੇਟਸ ਕੀਤਾ ਕਿ ਜਿਹੜੀ ਔਰਤਾਂ ਆਪਣੇ ਮੀਆਂ ਦਾ ਖਾਣਾ ਗਰਮ ਕਰਦੀਆਂ ਨੇ ਤੇ ਜਿਹੜੇ ਉਹਦੇ ਮੋਜ਼ੇ ਜੁਰਾਬਾਂ ਪੈਰ 'ਚ ਪਾਉਣ ਵਾਲੀਆਂ ਇਹ ਤਲਾਸ਼ ਕਰਕੇ ਉਹਨਾਂ ਨੂੰ ਦਿੰਦੀਆਂ ਨੇ ਤੇ ਉਹਨਾਂ ਦੀ ਲਾਸ਼ਾਂ ਇੰਝ ਰੁਲਦੀਆਂ ਨਹੀਂ। ਇਹ ਦਰਅਸਲ ਇੱਕ ਤਨਜ਼ੀਆ ਜੁਮਲਾ ਹੈ ਸੀ ਕਿ ਅਗਰ ਔਰਤ ਜਿਹੜੀ ਹੈ ਘਰ ਦੀ ਲੋਂਡੀ ਬਣ ਕੇ ਰਹੇ ਫਿਰ ਤਾਂ ਉਹ ਠੀਕ ਹੈ, ਅਦਰਵਾਈਜ਼ ਉਹਦਾ ਹਾਲ ਹੁਮੈਰਾ ਅਸਗਰ ਵਰਗਾ ਹੋਏਗਾ। ਇੱਕ ਤਨਜ਼ੀਆ ਜੁਮਲਾ ਸੀ। ਤੇ ਫਿਰ ਇਸ ਦਾ ਕੀ ਮਤਲਬ ਹੋਇਆ ਕਿ ਆਪਣੀ 60% ਆਬਾਦੀ ਸਾਡੀ ਖਵਾਤੀਨ ਜਿਹੜੀਆਂ ਨੇ ਇਸ ਵਕਤ ਪਾਕਿਸਤਾਨ ਦੀ 60% ਖਵਾਤੀਨ ਨੇ। ਅਗਰ ਅਸੀਂ ਉਹਨਾਂ ਨੂੰ 60% ਖਵਾਤੀਨ ਨੂੰ ਘਰ ਦੀ ਕਨੀਜ਼ ਤੇ ਘਰ ਦੀ ਲੋਂਡੀ ਬਣਾ ਕੇ ਅਗਰ ਅਸੀਂ ਰੱਖਾਂਗੇ ਤੇ ਫਿਰ ਡਾਕਟਰ ਕਿੱਥੋਂ ਬਣਨਗੀਆਂ? ਉਹ ਫਿਰ ਡਾਕਟਰ ਨਹੀਂ ਬਣਨਗੀਆਂ ਤਾਂ ਉਹ ਖਵਾਤੀਨ ਦਾ ਇਲਾਜ ਕਿਵੇਂ ਕਰਨਗੀਆਂ? ਅਗਰ ਲੜਕੀ ਕੰਮ ਨਹੀਂ ਸਿੱਖੇਗੀ, ਕੰਮ ਨਹੀਂ ਕਰੇਗੀ ਤਾਂ ਖਵਾਤੀਨ ਦਰਜਨ ਬਣ ਕੇ ਖਵਾਤੀਨ ਦੇ ਕੱਪੜੇ ਕਿਸ ਤਰ੍ਹਾਂ ਸੀਤੇ ਜਾਣਗੇ? ਐਸੇ ਬਹੁਤ ਸਾਰੇ ਕੰਮ ਨੇ ਜਿਹੜੇ ਖਵਾਤੀਨ ਹੀ ਖਵਾਤੀਨ ਦਾ ਕਰ ਸਕਦੀਆਂ ਨੇ। ਅੱਜ ਕੱਲ੍ਹ ਤਾਂ ਉਹ ਜਹਾਜ਼ ਉਡਾ ਰਹੀਆਂ ਨੇ। ਅੱਜ ਕੱਲ੍ਹ ਤਾਂ ਫੌਜ ਦੇ ਵਿੱਚ ਸਾਡੀ ਇੱਕ ਜਰਨੈਲ ਵੀ ਬਣ ਗਈ ਹੈ ਜਿਹੜੀ ਕਿ ਖਾਤੂਨ ਨੇ, ਡਾਕਟਰਸ ਨੇ, ਵਕੀਲ ਨੇ, ਜੱਜਸ ਨੇ, सब कुछ है। लेकिन जिस वक्त अगर वो अपनी मर्जी करना चाहे, छोटी जी महदूद जी आज़ादी मंगे तो असी उस तो कता ताल्लुक कर लेने। बच्चे जिहड़ा पैदा करना है ना जी, ये इंसान का अपना ज़ाती फैसला है। ਉਹਦੇ 2 ਬੱਚੇ ਨੇ, 3 ਬੱਚੇ ਨੇ, 4 ਬੱਚੇ ਨੇ, ਉਹ ਫੈਮਿਲੀ ਪਲਾਨਿੰਗ ਜਾਂ ਪਲਾਨਿੰਗ ਫੈਮਿਲੀ ਵੀ ਕਰ ਸਕਦਾ ਹੈ, ਲੇਕਿਨ ਉਹਦਾ ਆਪਣਾ ਖਾਲਿਸਤਾਨ ਆਪਣਾ ਫੈਸਲਾ ਹੈ ਕਿ ਉਹਨੇ ਇਤਨੇ ਬੱਚੇ ਪੈਦਾ ਕੀਤੇ। ਬੱਚੇ ਪੈਦਾ ਕਰਨ ਤੋਂ ਬਾਅਦ ਉਹ ਤੁਹਾਨੂੰ 16 ਸਾਲ 18 ਸਾਲ ਤੱਕ ਉਹਨਾਂ ਦੀ ਜ਼ਰੂਰੀਆਤ ਪੂਰੀ ਕਰਨਾ ਵੀ ਤੁਹਾਡੀ ਡਿਊਟੀ ਦੇ ਵਿੱਚ ਸ਼ੁਮਾਰ ਹੈ। ਇਹ ਨਹੀਂ ਕਿ ਤੁਸੀਂ ਉਹ ਰਿਆਸਤ ਦੇ ਉੱਤੇ ਛੱਡ ਦਿਓ ਕਿ ਰਿਆਸਤ ਤਾਂ ਮਾਂ ਵਰਗੀ ਹੈ ਜੀ, ਮਾਂ ਸਾਂਭ ਲੇਗੀ। ਰਿਆਸਤ ਸਾਡੀ ਮਾਂ ਵਰਗਾ ਸਲੂਕ ਤਾਂ ਕਰਦੀ ਹੀ ਨਹੀਂ ਪਈ ਹੈਗੀ, ਬੰਦਿਆਂ ਨਾਲ ਨਹੀਂ ਕਰਦੀ ਪਈ ਤਾਂ ਖਵਾਤੀਨ ਨਾਲ ਕੀ ਕਰੇਗੀ? ਇਹ ਤਾਂ ਜਿਹੜੀ ਮੈਂ ਗੱਲਾਂ ਦੱਸੀਆਂ ਨੇ ਥੋੜ੍ਹੇ ਜਿਹੇ ਬਹੁਤ ਬੜੀਆਂ ਨੇ। ਮੈਂ ਤੁਹਾਨੂੰ ਇੱਕ ਛੋਟਾ ਜਿਹੀ ਹੋਰ ਗੱਲ ਸੁਣਾ। ਨੁਸਰਤ ਫਤਿਹ ਅਲੀ ਖਾਨ, ਨੁਸਰਤ ਫਤਿਹ ਅਲੀ ਖਾਨ ਦਾ ਇੱਕ ਜਿਹੜਾ ਗਾਣਾ ਹੈ ਉਹ ਬੜਾ ਮਸ਼ਹੂਰ ਹੋਇਆ, ਤਕਰੀਬਨ ਹਰ ਬੰਦੇ ਨੇ ਸੁਣਿਆ ਹੋਣਾ ਕਿ ਦੁਲੇ ਕਾ ਸੇਰਾ ਸੁਹਾਨਾ ਲੱਗਦਾ ਹੈ। ਇੱਕ ਉਹ ਫਿਲਮ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਉਹ ਸ਼ਾਮਿਲ ਕੀਤਾ ਗਿਆ, ਵੈਸੇ ਵੀ ਬੜਾ ਹਿੱਟ ਹੋਇਆ। ਉਸ ਦੇ ਜਿਹੜੇ ਬੋਲ ਨੇ ਨਾ, ਜ਼ਰਾ ਇਹ ਬੋਲ ਸੁਣੋ। ਜਿਹੜੇ ਇਸ ਗਾਣੇ ਦੇ ਇਹ ਬੋਲ ਨੇ, ਜਿਸ ਵਕਤ ਨੁਸਰਤ ਫਤਿਹ ਅਲੀ ਖਾਨ ਸਾਹਿਬ ਇਹ ਸੌਂਗ, ਇਹ ਗਾਣਾ ਰਿਕਾਰਡ ਕਰਵਾ ਰਹੇ ਸਨ ਤੇ ਜਿਉਂ ਹੀ ਇਹ ਬੋਲ ਆਉਂਦੇ ਸਨ, ਇਹ ਮਿਸਰਾ ਉਹ ਬੋਲਦੇ ਸਨ ਤੇ ਉਹ ਰੋ ਪੈਂਦੇ ਸਨ ਤੇ ਗਾਣਾ ਰਿਕਾਰਡ ਨਹੀਂ ਹੁੰਦਾ ਸੀ। 2-3 ਅਟੈਂਪਟਾਂ, 2-3 ਕੋਸ਼ਿਸ਼ਾਂ ਜਿਸ ਵਕਤ ਹੋ ਗਈਆਂ ਤੇ ਉਸ ਵਕਤ ਮੌਸੀਕਾਰ ਬੋਲਿਆ ਕਿ ਖਾਨ ਸਾਹਿਬ ਮੈਨੂੰ ਲੱਗਦਾ ਅੱਜ ਤੁਹਾਡੇ ਕੋਲ ਰਿਕਾਰਡਿੰਗ ਨਹੀਂ ਹੋਏਗੀ, ਲਿਹਾਜ਼ਾ ਅਸੀਂ ਇਸ ਨੂੰ ਅੱਜ ਪੈਂਡਿੰਗ ਕਰ ਲੈਨੇ, ਕਿਸੇ ਹੋਰ ਦਿਨ ਰਿਕਾਰਡਿੰਗ ਕਰ ਲਾਂਗੇ। ਤੇ ਨੁਸਰਤ ਫਤਿਹ ਅਲੀ ਖਾਨ ਨੇ ਕਿਹਾ ਕਿ ਜਿਹੜਾ ਹੈ ਅਗਰ ਇਹ ਅੱਜ ਰਿਕਾਰਡਿੰਗ ਨਾ ਹੋ ਸਕੀ ਤੇ ਫਿਰ ਮੈਂ ਕਦੀ ਵੀ ਨਹੀਂ ਕਰ ਸਕਾਂਗਾ, ਕਿਉਂਕਿ ਜਿਸ ਵਕਤ ਉਹ ਬੋਲ ਇਹ ਰਿਕਾਰਡ ਕਰਾਉਂਦੇ ਸਨ ਕਿ ਮੈਂ ਤੇਰੇ ਬਾਹਾਂ ਦੇ ਵਿੱਚ ਪੱਲੀ ਹਾਂ ਤੇ ਅੱਜ ਮੈਂ ਤੈਨੂੰ ਛੱਡ ਕੇ ਜਾ ਰਹੀ ਹਾਂ, ਤੇ ਉਹ ਗਾਣਾ ਬੋਲਣ ਲੱਗਿਆਂ ਉਹਨਾਂ ਨੂੰ ਆਪਣੀ ਬੇਟੀ ਯਾਦ ਆ ਜਾਂਦੀ ਸੀ ਤੇ ਉਹ ਰੋਣ ਲੱਗ ਜਾਂਦੇ ਸਨ। ਇਤਨਾ ਬੜਾ ਫਨਕਾਰ ਰੋਣ ਲੱਗ ਜਾਂਦਾ ਸੀ ਬੈਠ ਕੇ ਉੱਥੇ। ਫਿਰ ਉਸ ਤੋਂ ਬਾਅਦ ਕਿਸੇ ਉਹਦੇ ਜਿਹੜੇ ਮੱਦਾਹ ਨੇ, ਉਹਦੀ ਬੇਟੀ ਜਿਹੜੀ ਉਹਨੇ ਬਿਠਾਈ ਹੋਈ ਨਾਲ ਆਪਣੇ, ਉਹਦਾ ਫੋਟੋ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਮਤਲਬ ਇਹ ਲੋਕ ਜਿਹੜੇ ਕੌਣ ਨੇ ਜਿਹੜੇ ਆਪਣੇ ਬੇਟੀਆਂ ਨੂੰ ਡਿਸਆਨ ਕਰ ਦਿੰਦੇ ਨੇ, ਆਪਣੀ ਧੀਆਂ ਨੂੰ। ਇੱਕ ਗਲਤੀ ਤੇ ਪੁੱਤਰਾਂ ਦੀ ਗਲਤੀ ਤੇ ਸਾਰਾ ਕੁਝ ਨਹੀਂ ਹੁੰਦਾ। ਪੁੱਤਰ ਤਾਂ ਹੁਣ CCD ਇਤਨੇ ਬੰਦੇ ਮਾਰ ਰਹੀ ਹੈ, ਮੈਂ ਕੋਈ ਇੱਕ ਐਸਾ ਬੰਦਾ ਨਹੀਂ, ਮੁੰਡਾ ਐਸਾ ਨਹੀਂ ਜਿਹਦੀ ਵਰੁਸਾ ਉਹਦੀ ਲਾਸ਼ ਲੈਣ ਨਾ ਪਹੁੰਚਣ। ਉਹ ਕਾਤਿਲ ਹੋਵੇ, ਉਹ ਜ਼ਾਨੀ ਹੋਵੇ, ਉਹ ਸ਼ਰਾਬੀ ਹੋਵੇ, ਉਹ ਡਕੈਤ ਹੋਵੇ, ਉਹਦੀ ਸਾਰੀ ਖਤਾਵਾਂ ਮਾਫ।
लेकिन बेटी अगर एक गलती कर बैठे, बेटी अगर एक महदूद जी आज़ादी मांग लेवे, बेटी अगर अपने मुस्तकबिल का फैसला खुद करन दी थोड़ी जी स्पेस मंगे तो असी फौरन उस तो कता ताल्लुक हो जाने साढ़े जड़ा सानू फौरी तौर पर गैरत जाग जाती है कि नहीं बई ये तो साड़ी गैरत। अच्छा, ये जो गैरत का लफ्ज़ है ये भी ज़रा थोड़ा जिहा सुन लो कि इंग्लिश दे विच ते पहले नंबर ते इसका कोई मेरे ख्याल प्रॉपर वर्ड है ही नहीं। ये होंदा है कि जिस वक्त बंदा एक खास माहौल च रहिंदा है, एक खास तरज के लोगों नाल उसका उठना बैठना होंदा है, उन्हां दियां गल्लां सुनदा हो रहिंदा है, तो उसकी अपनी भी एक खास जी राय बन जाती है, एक सॉफ्टवेयर उहदे विच आ जांदा कि ये ठीक है ये गलत है। ਉਹਦੀ मिसाल शाहदोले दे उस चूहे वर्गी होंदी है जिहड़ा कि मज़ार ते मन्नत मंगी गई, ਉਹਦੀ मन्नत के नतीजे च बच्चा पैदा होया तो ਉਹਦੇ सिर के उत्ते उन्हां लोहे दा छल्ला झाड़ दिंदे ने और ਉਹਦੇ नाल होंदा है कि ਉਹਦਾ सारा जिसम जिहड़ा है ਉਹ ਵੱਧਦਾ ਜਾਂਦਾ है, लेकिन ਉਹਦਾ ਜਿਹੜਾ सर है वो छोटा रह जाता। इतना छोटा जिहा तुसीं वेखे होने ने शाहदोले के चूहे जिन्हां नूं असीं कहने आ। इस तरह साडी सोचां दे इर्द गिर्द भी छल्ले चढ़ा लैंदे असी उस तो बाहर निकल के सोच नहीं सकते। असी कहने बस यही ठीक है, जो मैं सोच रहा वो ठीक है, जिहड़ा दूसरा सोच रहा वो बातिल है, वो झूठ है, वो कुफर है। जबकि जिहड़ी धियां ने, ये धियां इतना मुकद्दस रिश्ता है, इतना प्यारा रिश्ता है, इनू रहमत आख्या गया, धी नू रहमत, लेकिन बंदियां ने इनू जहमत समझना शुरू कर दिता। ये तो कदीम अरब के लोगों की सोच अपना ली गई। अज का जिहड़ा दौर है, खवातीन जिहड़ियां ने मर्दां तो बढ़ के काम कर रही ने। अगर वो कोई खातून खुद मुख्तार होना चाहती है, कोई साडी धी कोई न्यूट्रिशनिस्ट बनना चाहती है, कोई डॉक्टर बनना चाहती है, कोई वीडियो एडिटिंग करना चाहती है, कोई एनीमेशन का काम करना चाहती है, तो उन्होंने करन दी इजाजत होनी चाहिए। गो के उसनों अपने वालदैन दे नाल कायल करना जरूरी है कि जी मैं काम करना चाहती हैं। लेकिन अगर वालदैन अपनी ही मर्जी मुसलत करें, किसी भी खूंटे दे नाल किसी भी बंदे दे नाल उन्होंने बन देन जिथे उसका काम सिर्फ कुड़ना ही होवे बह के, उहदी उत्थे भी मर्जी ना चले, जिहड़े ना वालदैन दे घर ना अपने। लेकिन बच्चियां नूं भी मैं अपनी धियां नूं मुखातिब हां और अपनी बेटी नूं जहन दे विच रख के मैं उन्होंने मुखातिब हां। मैं धियां नूं भी ये मुखातिब हां कि अगर तुसी हज़रत फातिमा दा रोल वेखो कि अगर वो बच्ची सन, छोटी सन, ते की करदियां सन कि रसूल पाक ते जिस वक्त कुफार बोलो बराज फेंकते सन तो वो अपने नन्हे हाथों के नाल वो आप दे साफ करती सी। तो जिस वक्त कुफार कांटे बिछा देंदे सन तो वो अपने नन्हे नन्हे हाथों नाल पाँव दे विचों रसूल पाक दे कांटे जड़े ने वो चुंदियां सन। और जिस वक्त वो जवान होइयां, हज़रत अली दे नाल उन्हां दी शादी हुई, तो कायनात दे जड़ा अगर बच्ची सन तो कायनात दे सब ते बड़े इंसान पैगंबर दी खिदमत करदियां सन। जवान होइयां ते तारीख दे सब तो दिलेर और बहादुर और फाते हज़रत अली दी जिहड़ी है वो तलवारां तेज़ करदियां सन, उन्होंने ज़रा बख्तर पहनादियां सन। और अगर माँ बनियां बूढ़ी होइयां ते तारीख दे सब तो वड्डे शोहदा दी जिहड़ी है वो परवरिश करदियां सन। ये कितना बड़ा दर्जा है, इसीलिए उन्होंने खातून जन्नत आख्या गया। ये खातून दा टाइटल है, ये धी दा टाइटल है, खातून जन्नत बंदे दा टाइटल ये नहीं है। तो जेड़े वो वैशी लोग ने, चाहे वो दीपक होवे ते चाहे हुमैरा असगर दा प्यो असगर होवे, क्या उन्होंने ये जरा जी भी सोच नहीं आई कि वो बेटी फुल्लां वर्गी बेटी जिहड़ी असीं पाल के लैके आए हैं और वो एक जाता है तो जाके रिवाल्वर तो 5 गोलियां मार देंदा है, दूसरा जाता है तो आदा मैं उसकी लाश भी वसूल नहीं करनी। तो क्या उन्होंने कलेजा नहीं फटिया? क्या ये दूसरे जिहड़े सुनने वाले लोग ने, जिहड़े मेरे वर्गे और बहुत सारे हसास तबीयत के मालिक ने, उन्होंने की बीती होनी कि एक बाप और एक माँ, एक बाप अपनी बेटी नूं कतल हिंद च कर रहा, दूसरा बाप सिंध च 9 महीने तू मरी हुई बेटी की लाश लैन तो इनकारी है। एक केड़ी सोच है, एक केड़ा फलसफा उन्होंने कोल है जिस तो लागू किया है? गल तो वो शाहदोले वाले चूहे वाली है ना जी, जिहड़ी सोचा उन्होंने इर्द गिर्द तारी ने कि जी पिंड वाले की अक्सन, परला बंदा की अक्सी। साढ़े विच एक बड़ा अलमी है, असी 20 साल तक यह सोचते रहने कि बंदे साढ़े बारे की सोचते होंगे। असी दरअसल उस सोच दे ताबे चल रहे होने 20 साल तक। 40 साल की उम्र के सानू ये कोई फिक्र नहीं होती कि कौन साढ़े मुतल्लक की सोच रहा, असी अपनी मगन मस्ती दे विच आगे बढ़ना शुरू कर देने। लेकिन 60 साल दे विच जाके सानू पता लगता है कि बंदियां ने तो इतनी जहमत नहीं की साढ़े बारे सोचने की, जिवें असीं आखदे रहे साढ़े मुतल्लक वो की सोचदा सी, वो की अक्सी, वो की सोचेगा, वो की बर्ताव करेगा। ये जिहड़ा ओ है ना, ये ख्याली है, ये तुस आप ही बनाया होया। बंदियां कोल इतना टाइम नहीं है कि दूसरे के मामलात इतना सोची रखें।
ਔਰ ਬਿਲਕੁਲ ਆਖਿਰ ਦੇ ਵਿੱਚ ਮੈਂ ਅਰਜ਼ ਕਰਾਂ ਕਿ ਸਾਡੇ ਬੜੇ ਸੀਨੀਅਰ ਕਾਲਮ ਨਿਗਾਰ ਨੇ ਅਤਾਉਲਾ ਕਾਸਮੀ, ਉਹਨਾਂ ਦੇ ਬੇਟੇ ਨੇ ਯਾਸਰ ਪੀਰਜ਼ਾਦਾ, ਉਹ ਵੀ ਇੱਕ ਕਾਲਮ ਨਿਗਾਰ ਵੀ ਨੇ, ਲੇਕਿਨ ਸਿਵਲ ਸਰਵੈਂਟ ਵੀ ਰਹੇ ਨੇ, ਅਫਸਰ ਵੀ ਰਹੇ ਨੇ, ਛੋੜ ਕੇ ਬਾਅਦ ਵਿੱਚ ਉਹ ਸਾਫਤ 'ਚ ਆ ਗਏ। ਤਾਂ ਉਹ ਅਗਲੇ ਦਿਨ ਇਹ ਗੱਲ ਕਰ ਰਹੇ ਸੀ ਕਿ ਮੈਂ ਲਿਬਰਟੀ ਮਾਰਕੀਟ ਗਿਆ, ਅਤੇ ਲਿਬਰਟੀ ਮਾਰਕੀਟ ਦੇ ਵਿੱਚ ਜਿਹੜੀ ਹੈ ਨਾ ਇੱਕ ਉਹ ਮਾਰਕੀਟ ਬੜੇ ਅਮੀਰਾਂ ਦੀ ਮਾਰਕੀਟ ਵੀ ਉੱਥੇ ਹੈ, ਅਤੇ ਉੱਥੇ ਮੈਂ ਗਿਆ ਅਤੇ ਮੈਂ ਵੇਖਿਆ ਕਿ ਇੱਕ 2 ਸਾਲ ਦੀ ਬੱਚੀ ਆਪਣੇ ਪਿਓ ਦੀ ਸਾਈਕਲ 'ਤੇ ਅੱਗੇ ਬੈਠੀ ਹੈ ਡੰਡੇ ਦੇ ਉੱਤੇ, ਅਤੇ ਬੜੇ ਹੈਰਤ ਦੇ ਨਾਲ ਉਹ ਦੁਕਾਨਾਂ ਨੂੰ ਅਤੇ ਉੱਥੇ ਲੱਖਾਂ ਰੁਪਏ ਦੀ ਜਿਹੜੀ ਸ਼ਾਪਿੰਗ ਹੋ ਰਹੀ ਉਹਨੂੰ ਦੇਖ ਰਹੀ ਹੈ, ਲੇਕਿਨ ਆਪਣੇ ਪਿਓ ਦੀ ਤਰਫ ਦੇਖ ਕੇ ਤਾਂ ਮੁਤਮਈਨ ਹੋ ਜਾਂਦੀ ਸੀ ਕਿ ਮੇਰਾ ਪਿਓ ਨਾ ਸਾਰਿਆਂ ਤੋਂ ਵੱਡਾ ਹੈ ਜਿਹੜਾ ਮੈਨੂੰ ਸਾਈਕਲ 'ਤੇ ਬਿਠਾ ਕੇ ਲੈ ਕੇ ਜਾ ਰਿਹਾ, ਚਾਹੇ ਉੱਥੇ BMW ਖੜੀਆਂ ਸਨ ਜਾਂ ਆਡੀ ਖੜੀ ਸਨ, ਉਹਨੂੰ ਆਪਣੇ ਪਿਓ ਦੀ ਸਾਈਕਲ ਦੇ ਉੱਤੇ ਮਾਣ ਸੀ ਧੀ ਨੂੰ ਆਪਣੀ। ਅਤੇ ਉਹ ਯਾਸਰ ਪੀਰਜ਼ਾਦਾ ਸਾਹਿਬ ਲਿਖ ਰਹੇ ਸਨ ਕਿ ਮੈਂ ਸੋਚਿਆ ਕਿ ਜਿਸ ਟਾਈਮ ਯਾਰ ਇਹਦਾ ਪਿਓ ਅੱਲਾ ਨਾ ਕਰੇ ਫੌਤ ਹੋ ਜਾਏਗਾ ਅਤੇ ਇਹ ਮੁਆਸ਼ਰੇ ਦੇ ਭੇੜੀਏ ਇਸ ਬੱਚੀ ਨਾਲ ਕੀ ਸਲੂਕ ਕਰਨਗੇ, ਇਸ ਬੱਚੀ ਦਾ ਕੀ ਫਿਊਚਰ ਹੋਏਗਾ ਕਿ ਜਿਹੜੇ ਆਪਣੀ ਸਾਰੀ ਦੁਨੀਆ ਆਪਣੇ ਪਿਓ 'ਚ ਵੇਖ ਰਹੀ ਹੈ, ਉਹ ਧੀਆਂ ਤਾਂ ਆਪਣੀ ਸਾਰੀ ਜਿਹੜੀ ਹੈ ਆਪਣੀ ਕਾਇਨਾਤ ਆਪਣੇ ਬਾਪ 'ਚ ਵੇਖਦੀਆਂ ਨੇ। ਅਤੇ ਕਿਹੜੇ ਬਾਪ ਨੇ ਭਾਈ ਜਾਨ, ਹੇਕ ਗਿਆ ਜਾ ਕੇ 5 ਫੈਰ ਮਾਰ ਦਿੱਤੇ ਅਤੇ ਦੂਆ ਕਹਿੰਦਾ ਹੈ ਔਰ ਦੂਆ ਕਹਿੰਦਾ ਕਿ ਮੈਂ ਇਹਦੀ ਲਾਸ਼ ਹੀ ਵਸੂਲ ਨਹੀਂ ਕਰਨੀ, ਇਹਨੂੰ ਉੱਥੇ ਪਰਾਂ ਸੱਟ ਦਿਓ। ਅਤੇ ਭਾਈ ਇੱਕ ਡਾਕਟਰ ਹੈ, ਡਾਕਟਰ ਨਵੀਦ ਅਸਗਰ ਲਾਹੌਰ ਦਾ ਇੱਕ ਡਾਕਟਰ ਹੈ, ਲਾਹੌਰ ਦੇ ਵਿੱਚ ਤੂੰ ਬੈਠ ਕੇ ਅਤੇ ਉੱਥੇ ਤੂੰ ਕਹਿ ਰਿਹਾ ਕਿ ਭਾਈ ਜਾਨ ਇਹ ਤੁਸਾਂ ਕੀ ਜਨਾਬ ਇਹ ਵਾਵੇਲਾ ਮਚਾਇਆ ਹੋਇਆ, ਚੁੱਪ ਕਰਕੇ ਦਫਨਾ ਦੇਣੀ ਸਨ। ਅਤੇ ਭਾਈ ਜਾਨ ਸ਼ਾਇਦ ਮੇਰੀ ਇਹ ਜਿਹੜੀ ਵੀਡੀਓ ਹੈ ਇਹ ਵੀ ਇੱਕ ਵਾਵੇਲਾ ਹੀ ਹੈ, ਲੇਕਿਨ ਉਹ ਹਸਾਸ ਲੋਕਾਂ ਵਾਸਤੇ ਹੈ ਕਿ ਆਪਣੀ ਧੀਆਂ ਦੀ ਕਦਰ ਕਰੋ, ਉਹਨਾਂ ਧੀਆਂ ਨੂੰ ਮਹਿਦੂਦ ਜੀ ਆਜ਼ਾਦੀ ਆਪਣੇ ਘਰ ਦੇ ਅੰਦਰ ਦਿਓ। ਹਾਂ, ਤੁਸੀਂ ਉਹਨਾਂ ਦੇ ਉੱਤੇ ਕੰਟਰੋਲ ਰੱਖ ਸਕਦੇ ਹੋ, ਉਹਨਾਂ ਨੂੰ ਦੇਖ ਸਕਦੇ ਹੋ, ਅਤੇ ਧੀਆਂ ਨੂੰ ਵੀ ਮੈਂ ਇਹ ਕਹਾਂਗਾ ਕਿ ਤੁਸੀਂ ਫਿਕਰੀ ਆਜ਼ਾਦੀ ਲੈ ਲਓ। ਇੱਥੇ ਮੁਆਸ਼ਰੇ ਦੇ ਵਿੱਚ ਜਿਸਮਾਨੀ ਜਿਹੜੀ ਆਜ਼ਾਦੀ ਹੈ ਕਿ ਉਹ ਫਿਰਨ, ਤੇ ਇਤਨਾ ਸਾਡਾ ਮੁਆਸ਼ਰਾ ਇਤਨਾ ਤਹਿਜ਼ੀਬ ਯਾਫਤਾ ਨਹੀਂ ਹੋਇਆ ਕਿ ਉਹਨਾਂ ਨੂੰ ਇਤਨੀ ਆਜ਼ਾਦੀ ਦੇ ਕੇ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਫਿਕਰੀ ਆਜ਼ਾਦੀ ਹੋਣੀ ਚਾਹੀਦੀ ਹੈ। ਘਰ ਦੇ ਵਿੱਚ ਅੱਜ ਕੱਲ੍ਹ 1000 ਕੰਮ ਹੈ, ਦੁਨੀਆ ਜਿਹੜੀ ਹੈ ਉਹ ਇੱਕ ਆਲਮੀ ਪਿੰਡ ਬਣ ਗਈ ਹੈ, ਗਾਉਂ ਬਣ ਗਈ, ਤੁਸੀਂ ਆਪਣੇ ਘਰ 'ਚ ਬਹਿ ਕੇ ਸਾਰੇ ਕੰਮ ਕਰ ਸਕਦੇ ਹੋ, ਤੁਸੀਂ ਫੈਸ਼ਨ ਡਿਜ਼ਾਈਨਰ ਬਣ ਸਕਦੇ ਹੋ, ਤੁਸੀਂ ਬੁਟੀਕ ਬਣਾ ਸਕਦੇ ਹੋ, ਤੁਸੀਂ ਦੁਨੀਆ ਦਾ ਕੋਈ ਕੰਮ ਸਿੱਖ ਸਕਦੇ ਹੋ, YouTube 'ਤੇ ਇੱਕ ਮੁਰਸ਼ਦ ਬਣ ਗਿਆ, 1000 ਲੱਖ ਸਾਈਟਸ ਨੇ ਜਿਸ 'ਤੇ ਜਾ ਕੇ ਤੁਸੀਂ ਆਪਣਾ ਕੰਮ, ਆਪਣੀ ਮਾਰਕੀਟ, ਆਪਣੀ ਦੁਕਾਨ ਬਣਾ ਕੇ ਵੇਚ ਸਕਦੇ ਹੋ, ਤੁਸੀਂ ਆਪਣੀ ਜਿਹੜੀ ਹੈ ਪ੍ਰੋਡਕਟਸ ਲਾਂਚ ਕਰ ਸਕਦੇ ਹੋ। ਅਤੇ ਲਿਹਾਜ਼ਾ ਮੇਰੀ ਆਪਣੀ ਧੀਆਂ ਨੂੰ ਵੀ ਇਹ ਗੁਜ਼ਾਰਿਸ਼ ਹੈ ਕਿ ਫਿਕਰੀ ਆਜ਼ਾਦੀ ਲੈਂਦੇ ਹੋਇਆਂ ਉਸ ਦਾ ਇਤਨਾ ਮਤਲਬ ਗਲਤ ਨਾ ਲਿਓ ਕਿ ਤੁਸੀਂ ਉਸ ਰਾਹ 'ਤੇ ਨਿਕਲ ਜਾਓ ਜਿੱਥੇ ਹੁਮੈਰਾ ਅਸਗਰ ਬਣ ਜਾਓ। ਔਰ ਹੁਮੈਰਾ ਅਸਗਰ ਜਿਹੜੀ ਹੈ ਮੇਰਾ ਖਿਆਲ ਤਾਂ ਉਹ ਅੱਛਾ ਹੀ ਹੋ ਗਿਆ ਮਰ ਗਈ, ਕਿਉਂਕਿ ਮੈਂ ਤਾਂ ਤੁਹਾਨੂੰ ਪਹਿਲੇ ਅਰਜ਼ ਕੀਤਾ ਸੀ ਕਿ ਅਗਰ ਉਹ ਜਿੰਦੀ ਵੀ ਹੁੰਦੀ ਤਾਂ ਇਹ ਲਫ਼ਜ਼ ਸੁਣ ਕੇ ਕਿ ਉਹਦੇ ਮਾਂ ਨੇ ਅਤੇ ਉਹਦੇ ਪਿਓ ਨੇ ਉਹਦੀ ਲਾਸ਼ ਲੈਣ ਤੋਂ ਇਨਕਾਰੀ ਕਰ ਦਿੱਤਾ ਤਾਂ ਉਹ ਫਿਰ ਇੱਕ ਦਫਾ ਮਰ ਜਾਣੀ ਸੀ। ਅੱਲਾ ਤੁਹਾਡਾ ਅਤੇ ਤੁਹਾਡੀ ਧੀਆਂ ਦਾ ਸਾਰਿਆਂ ਦਾ ਮਿਹਰਬਾਨ ਹੋਵੇ, ਉਹਨਾਂ ਦੇ ਉੱਤੇ ਰਹਿਮਤ ਅੱਲਾ ਪਾਕ ਕਰੇ, ਔਰ ਆਪਣੀ ਧੀਆਂ ਨੂੰ ਰਹਿਮਤ ਸਮਝਣਾ ਜ਼ਹਿਮਤ ਕਦੀ ਨਾ ਸਮਝਿਆ ਜੇ।